गुरु रू प्यारी साध संगत जी, वाहिगुरु जी का खालसा वाहिगुरु जी की फतेह। भाई साहब भाई वीर सिंह जी की कमोलक लिखत विजय सिंह आप जी ਨੂੰ पढ़ के सरवण करा रहे सी। आओ उस ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 7ਵਾਂ ਕਾਂਡ। ਲਾਹੌਰੋਂ ਤੁਰ ਰਾਵੀ ਪਾਰ ਹੋ ਕੇ ਫਿਰ ਝੰਨਾ ਨਦੀ ਆਉਂਦੀ ਹੈ, ਜਿਸ ਦਾ ਪਾੜ ਅਰ ਵਹਿਣ ਐਡਾ ਭਾਰੀ ਹੈ ਕਿ ਪੰਜਾਬੀ ਵਿੱਚ ਕਹਾਵਤਾਂ ਵਿੱਚ ਵਰਤੀਂਦਾ ਹੈ। ਯਥਾ ਨਹੀਂਓ ਅੰਤ ਝੰਨਾ ਦਾ ਜਿੱਥੇ ਬੇੜੇ ਲੱਖ ਡੁੱਬਣ। ਇਸ ਨਦੀ ਦੇ ਦੋਹੀਂ ਪਾਸੀਂ ਕਿਸੇ ਸਮੇਂ ਭਾਰੀ ਬੇਲੇ ਆਉਂਦੇ ਸਨ, ਜਿਨ੍ਹਾਂ ਵਿੱਚ ਰਕਮ ਦੇ ਬ੍ਰਿਛ ਅਰ ਭਾਂਤ ਦੇ ਜੀਵ ਜੰਤੂ ਰਹਿੰਦੇ ਸਨ। ਅੱਜ ਕੱਲ੍ਹ ਵੀ ਇਹ ਬੇਲਾ ਕਈ ਥਾਈਂ ਦਿਸਦਾ ਹੈ, ਪਰ ਉਸ ਸਮੇਂ ਤਾਂ ਲਗਭਗ ਸਾਰੇ ਆਉਂਦਾ ਸੀ ਅਰ ਵਿੱਥਾਂ ਘੱਟ ਆਉਂਦੀਆਂ ਸਨ। ਲਾਹੌਰ ਜਾਂਦਿਆਂ ਉੱਤਰ ਪੱਛੋਂ ਰੁਖ ਨੂੰ ਪਹਿਲੇ ਹੀ ਕੰਢੇ ਭਾਰੀ ਸੰਘਣਾ ਬੇਲਾ ਸੀ, ਜਿੱਥੇ ਕੋ ਵਜ਼ੀਰਾਬਾਦ ਹੈ। ਇਹ ਉਸ ਤੋਂ ਕੁਝ ਮੀਲ ਪੱਛਮ ਉੱਤਰ ਰੁਖ ਨੂੰ ਸੀਗਾ। ਇਹ ਬੰਨ ਕੇਵਲ ਕੰਢੇ ਹੀ ਨਹੀਂ, ਸਗੋਂ ਕੁਝ ਕੁ ਮੀਲ ਉੱਤੇ ਤੀਕ ਪਸਰਿਆ ਹੋਇਆ ਸੀ। ਸੰਘਣੇ ਬ੍ਰਿਛਾਂ ਅਰ ਕੰਡੇਦਾਰ ਝਾੜੀਆਂ ਨੇ ਇਸ ਨੂੰ ਕਠਨ ਬੰਨ ਬਣਾ ਦਿੱਤਾ ਹੋਇਆ ਸੀ। ਇਸ ਦੇ ਅੰਦਰ ਜਾਣਾ ਤਾਂ ਔਖਾ ਸੀ, ਪਰ ਵਿਚਾਲੇ ਜਾ ਕੇ ਕਈ ਥਾਈਂ ਖੁੱਲ੍ਹੇ ਪੱਧਰ ਅਰ ਵਿਰਲੇਥਾਂ ਹੁੰਦੇ ਸਨ, ਪਰ ਤਦ ਵੀ ਬ੍ਰਿਛਾਂ ਦੀ ਛਾਇਆ ਸਾਰੇ ਸਹਾਰਾ ਦਿੰਦੀ ਸੀ। ਜਿਨ੍ਹਾਂ ਸਮਿਆਂ ਦੇ ਅਸੀਂ ਦੁੱਖ ਭਰੇ ਸਮਾਚਾਰ ਲਿਖਦੇ ਹਾਂ, ਇਹੋ ਦੁਸ਼ੱਤਰ ਜੰਗਲ ਹੀ ਖਾਲਸੇ ਦਾ ਸਵਰਗ ਤੇ ਇੰਦਰਪੁਰੀਆਂ ਹੁੰਦੇ ਸਨ। ਕੋਈ ਜੰਗਲ ਬਨ ਬੇਲਾ ਐਸਾ ਨਹੀਂ ਹੁੰਦਾ ਸੀ ਕਿ ਜਿਸ ਵਿੱਚ 10, 5 ਜਾਂ 100 ਸਿੱਖ ਸਿਰ ਲੁਕਾਈ ਦਿਨ ਕੱਟੀ ਨਾ ਕਰ ਰਹੇ ਹੋਣ। ਜਿਸ ਵੇਲੇ ਦਾ ਅਸੀਂ ਉੱਤੇ ਸਮਾਚਾਰ ਦੱਸਿਆ ਹੈ, ਉਸ ਵਿੱਚ ਇੱਕ ਖੁੱਲ੍ਹੇ ਥਾਂਪੁਰ ਬੰਨ ਦੇ ਕੱਖ ਕੰਡਿਆਂ ਦੀ ਬਣੀ ਹੋਈ ਇੱਕ ਕੁੱਲੀ ਹੈ, ਜਿਸ ਦੇ ਉਦਾਲੇ ਕੰਡਿਆਂ ਦੀ ਵਾੜ ਦੇ ਕੋ ਝਿੜੀ ਜਿਹੀ ਬਣਾਈ ਹੋਈ ਹੈ। ਕੁੱਲੀ ਦੇ ਅੱਗੇ ਤੇ ਝਿੜੀ ਦੇ ਵਿੱਚ ਇੱਕ ਵੇੜਾ ਵੀ ਹੈ। ਇਹ ਝਿੜੀ ਬੰਨ ਪਸ਼ੂਆਂ ਤੋਂ ਬਚਾਓ ਦੀ ਇੱਕ ਚੰਗੀ ਸੂਰਤ ਦੇ ਕੇ ਰਚੀ ਹੋਈ ਹੈ, ਔਰ ਕੁੱਲੀ ਦੇ ਦੁਆਲੇ ਕਈ ਵੇਲਾਂ ਲਾਈਆਂ ਹੋਈਆਂ ਹਨ। ਥੋੜ੍ਹੀ ਦੂਰ ਪਰੇ ਇੱਕ ਛੰਭ ਹੈ, ਜੋ ਮੀਂਹ ਦੇ ਜਲ ਨਾਲ ਅਥਵਾ ਦਰਿਆ ਦੇ ਉਛਲਣੇ ਨਾਲ ਭਰਪੂਰ ਰਹਿੰਦਾ ਹੈ। ਇਸ ਦਾ ਜਲ ਚੰਗਾ ਮਿੱਠਾ ਤੇ ਸੁਥਰਾ ਰਹਿੰਦਾ ਹੈ। ਇੱਕ ਕੁਟੀਆ ਵਿੱਚ ਇੱਕ ਸਿੰਘ ਟੱਬਰ ਸਮੇਤ ਜਿੰਦ ਬਚਾਈ ਦਿਨ ਬਿਤਾ ਰਿਹਾ ਹੈ। ਸੂਰਜ ਦੇਵਤਾ ਧਰਤੀ ਦੇ ਓਲੇ ਹੁੰਦਾ ਜਾਂਦਾ ਆਪਣੀਆਂ ਛੇਕੜਲੀਆਂ ਲਾਸਾਂ ਦਿਖਾ ਰਿਹਾ ਹੈ। ਚਾਰ ਚੁਫੇਰੇ ਸੁਹਾਵ ਵਾਲਾ ਚਾਨਣਾ, ਜੋ ਧੁੱਪ ਦੀ ਤੇਜ਼ੀ ਤੋਂ ਮੱਧਮ ਹੋ ਕੇ ਚਾਨਣੇ ਦੇ ਵਿਚਕਾਰ ਆਉਂਦਾ ਹੈ, ਆਪਣੀ ਅਚਰਜ ਰੌਣਕ ਨੂੰ ਬੰਨ ਦੀ ਸਾਦਗੀ ਵਾਂਗ ਇੱਕ ਟਿਕਾਊ ਵਾਲਾ ਤੇ ਸਾਦਾ ਸਮਾਂ ਬਣਾ ਰਿਹਾ ਹੈ। ਸੰਘਣੇ ਬੰਨਾਂ ਵਿੱਚ ਦਿਨ ਵੇਲੇ ਹੀ ਸੂਰਜ ਕਿਸੇ ਘੁੰਡ ਕੱਢੀ ਦੁਲਹਨ ਦੀ ਨਜ਼ਰ ਵਾਂਗੂ ਧੁੱਪ ਦੇ ਬਾਣ ਪੱਤਿਆਂ ਦੀਆਂ ਵਿੱਥਾਂ ਵਿੱਚੋਂ ਭੇਜਿਆ ਕਰਦਾ ਹੈ। ਤੇ ਹੁਣ ਤਾਂ ਵੇਲਾ ਹੀ ਉਹ ਹੋ ਗਿਆ ਹੈ ਕਿ ਜਿਸ ਵੇਲੇ ਬੜੇ ਪਹਾੜਾਂ ਪਰ ਹੀ ਧੁੱਪ ਦੇ ਪਿੱਲੇ ਰੰਗ ਦਾ ਪ੍ਰਕਾਸ਼ ਕਿਸੇ ਦੇ ਘਟਦੇ ਪ੍ਰਤਾਪ ਵਾਂਗ ਦ੍ਰਿਸ਼ਟੀ ਪੈਂਦਾ ਹੈ। ਉਸ ਕੁੱਲੀ ਦੇ ਅੱਗੇ ਵਾੜ ਦੇ ਅੰਦਰ ਇੱਕ ਜਵਾਨ ਸੁੰਦਰ ਇਸਤਰੀ ਬੈਠੀ ਹੈ, ਜਿਸ ਦੀ ਸੁੰਦਰਤਾ ਨੂੰ ਦੇਖ ਕੇ ਸੁੰਦਰਤਾ ਵੀ ਦੰਗ ਰਹਿ ਜਾਏ। ਇਸ ਦੇ ਸੁੰਦਰ ਚਿਹਰੇ ਨੂੰ ਧਰਮ, ਸਹਿਨਸ਼ੀਲਤਾ, ਪਤੀਬ੍ਰਤਾ ਭਾਵ ਤੇ ਭਜਨ ਨੇ ਐਸੀ ਅਚਰਜ ਰੰਗਤ ਦਿੱਤੀ ਹੈ ਕਿ ਸ਼ਰਈ ਮੁਸਲਮਾਨਾਂ ਦਾ ਜੀਅ ਵੀ ਜਿਸ ਦੇ ਵਿੱਚ ਝੁਕ ਜਾਵੇ। ਪਾਪ ਜਿਸ ਦੇ ਨੇੜੇ ਨਹੀਂ ਕਦੇ ਆਇਆ, ਛਲ ਕਪੜ ਦੀ ਇਹ ਕਦੇ ਜਾਣੂ ਨਹੀਂ ਹੋਈ। ਕਬੂਤਰ ਵਰਗਾ ਭੋਲਾਪਨ ਉਸ ਦੇ ਮਨਮੋਹਨ ਚਿਹਰੇ ਨੂੰ ਐਸਾ ਪ੍ਰਭਾਵ ਦੇ ਰਿਹਾ ਹੈ ਕਿ ਕਵੀਆਂ ਦੀ ਕਲਮ ਇਸ ਨੂੰ ਵਰਣਨ ਕਰਨ ਤੇ ਚਿੱਤਰਕਾਰ ਦੀ ਕਲਮ ਇਸ ਨੂੰ ਅੰਕਿਤ ਕਰਨ ਵੇਲੇ ਡੂੰਘੀਆਂ ਸੋਚਾਂ ਵਿੱਚ ਪੈ ਜਾਂਦੀ ਹੈ। ਹਾਂ, ਕੋਈ ਈਸ਼ਵਰ ਭਗਤ ਹੀ ਉਸ ਧਰਮ ਅਵਤਾਰ ਇਸਤਰੀ ਦੀ ਦੇਵੀ ਸੁੰਦਰਤਾ ਨੂੰ ਸਮਝ ਸਕਦਾ ਹੈ ਕਿ ਆਤਮਾ ਦੀ ਨਿਰਮਲਤਾਈ ਇਨਸਾਨ ਦੇ ਚਿਹਰੇ ਵਿੱਚ ਕੋਈ ਅਚਰਜ ਤਰ੍ਹਾਂ ਦੀ ਸਤੋਗੁਣੀ ਰੌਣਕ ਭਰ ਦਿਆ ਕਰਦੀ ਹੈ। ਇਸ ਦੇ ਪਾਸ ਇੱਕ ਸੁੰਦਰ ਬਾਲਕ ਬੈਠਾ ਹੈ, ਜੋ ਗਮਲੇ ਵਿੱਚ ਲੱਗੇ ਹੋਏ ਸਰੂ ਦੀ ਤਰ੍ਹਾਂ ਲੰਮਾ, ਪਤਲਾ ਤੇ ਸਡੋਲ ਹੈ। ਇਸ ਦਾ ਚਿਹਰਾ ਸੁੰਦਰ, ਭਲਾ ਤੇ ਦੂਰ ਦੀ ਸੋਝੀ ਵਾਲਾ ਜਾਪਦਾ ਹੈ। ਧਰਮ ਅਰ ਪਾਪ ਦੀ ਘਿਰਣਾ ਦਾ ਸੁਭਾਅ ਚਿਹਰੇ ਤੋਂ ਇੰਜ ਪ੍ਰਤੀਤ ਹੋ ਰਿਹਾ ਹੈ ਜਿਵੇਂ ਤਰਬੂਜ਼ ਦੀ ਅੰਦਰਲੀ ਲਾਲੀ ਬਾਹਰਲੇ ਸਾਵੇ ਛਿੱਲੜ ਦੇ ਵਿੱਚ ਪ੍ਰਤੀਤ ਹੋ ਜਾਂਦੀ ਹੈ। ਇਹ ਦੋਵੇਂ ਮਾਂ ਪੁੱਤਰ ਬੈਠੇ ਪਿਲਛੀ ਦੀਆਂ ਟੋਕਰੀਆਂ ਬਣਾ ਰਹੇ ਸਨ ਕਿ ਸੰਝ ਨੂੰ ਸਿਰ ਤੇ ਪਹੁੰਚਾ ਵੇਖ ਕੇ ਇਹਨਾਂ ਨੇ ਆਪਣੇ ਕੰਮ ਨੂੰ ਚੁੱਕ ਦਿੱਤਾ ਔਰ ਮੂੰਹ ਹੱਥ ਧੋ ਕੇ ਚੌਂਕੜੀ ਮਾਰ ਰਹਿਰਾਸ ਦਾ ਪਾਠ ਕਰਨ ਲਈ ਬੈਠ ਗਏ।
पर पाठ करन दी थावें चुपचाप बैठ जाण थी मालूम होंदा है कि किसी तीसरे दी उडीक कर रहे हैं, जो थोड़े ही चिर विच पूरी हो गई कि एक सूरज वर्गे खिड़े ते चंद वर्गे हसमुख चेहरे वाले सज्जन आ पहुंचे और अपनी झुग्गी दी वाड़ दे वेड़े विच आके कुछ पैसे इस्त्री दे हाथ धरे ते कपड़े ला मूँह हाथ धो के पाठ करन बैठ गए। बीबी ने पाठ कीता और दोवें जने प्रेम नाल उसदे मधुर पाठ नूं सुणदे रहे। जद भोग पा के अरदासा सोच चुके तद बीबी ने लूण पा के सादे प्रशादे तैयार कर ले। ना ही घ्यो लगा रोटियां नूं ते ना ही सलूणा बनिया कोई। ਇਹ परिवार साडे विजय सिंह जी, शील कौर ते भुजंगी जी दा है। इस वेले चंद दी मिठी चाननी बिरछां नूं चाननी दी रुपहली चद्दर पहना रही सी और पत्तियां विचों छण छण के चांदनी हेठां भी पै रही सी। बन पशुआं दे कुरावण दे शब्द किसे किसे वेले एक भयंकर सुर विच गूंज पैंदे सन कि इन्ने चिर विच एक मनुखी आवाज़ हाय 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 दी आवण लग पई, जिस दी चोभ हिरदियां नूं नेजे वांग परो रही सी। विजय सिंह दा दया पूरत हिरदा रह न सकिया। एक दीणी बाल के आवाज़ दी सेहतपुर तुरिया, नाल वोटी ते पुत्र भी होले। लभदे लभदे एक बृछ दे हेठ एक लुछदे आदमी नूं डिठा जो हाय हाय कर रहा सी और जिस दे बदन नूं ऐसियां झरीटां लग रहीआं सन कि जिन्हां करके कई थावां तो लहू सिम रिहा सी। अखां दी रंगत ऐसी पलटी हुई सी कि आदमी वहशी होया जापदा सी। विजय सिंह ने सहज नाल उसनूं चुक्या और संभाल के अपने शीश महलां विच लिया पाया। पानी उसदे मूँह विच होया और घाव धो के लाल तेल पा के शील कौर दा कपड़ा पाड़ के पट्टी बधी। हुण जरा उसनूं आसंग होई और लगा असीसां देण। असीसां तो झट पछाणिया गया कि ਇਹ ਤਾਂ पिता जी दा पुरोहित है। अचंभा होके विजय सिंह ने उसनूं पुछया कि तुसी पुरोहित जी किवें इस बन विच आ फाथे? पंडित जी भुखे सन ते आप नूं दुखी दसदे सन। कुछ खादे बिना गलबात कर सकनी औखी सी। ਇਹ गल समझ के कि आप भुखे हन ते भोजन दी लोड़ है, बीबी ने जो हाज़र सी अगे लिया तरिया। त्रै संतोखी जियां दा भोजन पंडित जी छक के झट लंघावण जोगे हो गए। पूरे त्रिपत नहीं होए। कुल्ली विच आटा मुक चुका होया सी। लोड़े वेले होर आटा विजय सिंह ने आंदा सी, पर रस्ते विच किसे भुखातर पुरख नूं दे आया सी। भाई मैं सवेरे होर ले आवांगा ते रात दे निर्बाह जोगा घर विच है ही। पर पता नहीं सी कि घर पराउणा पैना है, जिसने सारा खा के भी रजना नहीं। जदों पंडित जी छक छका के ताकत विच आए तां हुण अपनी विथ्या सुनावण लगे कि मैनू आप दी मां ने धन दे के आप दी भाल विच तोरिया सी कि जिथे हो सके तुहानू मिल के पदारथ पहुंचावां। तुहाडी मां दी मर्जी है कि किसे पहाड़ विच जा रहो। अजकल माखोवाल दे पहाड़ी जाना चंगा है। जदों ठहर ठरम्मा होवेगा और ये परलो मीर मनु दे गुस्से दी लंघ गई होवेगी तदों तुहानू पास बुला लवेगी। विजय सिंह पंडित जी आपने मैनू लब्बा की कुर? पंडित वड्डा अंखा कई सूए छड्डे, कईयां नू सुंदका कड्डण ते नौकर रखिया। किसे डाढ़े सियाणे ने सिੱਖੀ भेख धार के सिखां विचों सूह कड्डी के तुसी इस बन विच हो, जिथे मैं कई चिरां तो आया तुहानू लभ रिहा सी। अज अचानक आप टोकरियां वेचदे मिल गए। चाहे तुसी रंगड़ दे भेस विच सो, पर मैं सियाण लिया सी ते तुहाडे मगर आया सी। तुहानू मैं किन्नियां आवाज़ां दित्तियां पर तुसी ना बोले। छेकड़ मैं तुहाडे मगर बन विच वड़िया, जिथे मैनू चोरां ने घेर लिया और घायल करके सुट दिता ते सब कुछ लुट पुट के लै गए और तड़फदे नू सिट गए। विजय सिंह पंडित जी बड़ा शौक है, मेरे पिछे आप नू एडा कष्ट होया। मैं अनजाने तुहाडे दुखां दा कारण होया हां। मिस्र मैं अपनी थां शर्म विच मरदा जांदा हां कि तुहाडी मां दी मर्जी पूरी करने दी थां मैं सगों नुकसान कीता और तुहानू भी दुख दिता। विजय सिंह नहीं नहीं आप मेरी वालों फिक्र ना करो। धन सौरे दा की है, जिस दे भागां दा सी सो लै गया। मैनू शौक है कि मैं तुहाडी आवाज़ ना सुनी। मिस्र मैं तुहाडी माता नू की मूँह देवांगा? हे धरती माता तू हों वेल दे मैं गरक जावां। ओह चोर सौरे मैनू जीवदा क्यों छड़ गए?
ਮਾਰ ਜਾਂਦੇ ਤਾਂ ਲਜਿਆਵਾਨ ਤਾਂ ਨਾ ਹੋਣਾ ਪੈਂਦਾ। ਵਿਜੇ ਸਿੰਘ, ਪੰਡਤ ਜੀ ਆਪ ਕਿਉਂ ਫਿਕਰ ਕਰਦੇ ਹੋ? ਮੇਰੀ ਮਾਤਾ ਕਦੇ ਗੁੱਸੇ ਨਹੀਂ ਹੋਵੇਗੀ। ਉਹ ਤੁਹਾਡੇ ਬਚਨ ਤੇ ਅਮਨ ਨਾ ਕਰ ਲਵੇਗੀ। ਤੁਸੀਂ ਜਿਹੇ ਕਹੇ ਆਦਮੀ ਥੋੜੇ ਹੋ। ਮਿਸਰ, ਤੁਸੀਂ ਜੇ ਲਾਜ ਰੱਖੋ ਤਾਂ ਰਹਿ ਜਾਵੇਗੀ। ਵਿਜੇ ਸਿੰਘ, ਕੀਕੁਰ, ਮੈਂ ਸੁਖ ਦੇਣ ਨੂੰ ਹਾਜ਼ਰ ਹਾਂ। ਮਿਸਰ, 2 ਅੱਖਰ ਲਿਖ ਦੇਣੇ ਕਿ ਧਨ ਪਹੁੰਚ ਗਿਆ ਹੈ। ਵਿਜੇ ਸਿੰਘ, ਇਹ ਤਾਂ ਝੂਠ ਹੈ ਜੋ ਮੈਂ ਲਿਖ ਨਹੀਂ ਸਕਦਾ। ਤੁਹਾਡੀ ਮਿਹਨਤ ਔਰ ਦੁੱਖ ਪਾਉਣ ਦਾ ਸਾਰਾ ਸਮਾਚਾਰ ਜੋ ਤੁਸਾਂ ਦੱਸਿਆ ਹੈ ਮੈਂ ਲਿਖ ਦਿਆਂਗਾ। ਇਸ ਪ੍ਰਕਾਰ ਦੀਆਂ ਗੱਲਾਂ ਬਾਤਾਂ ਕਰਕੇ ਪੰਡਤ ਹੋਰੀ ਸੁੱਤੇ ਔਰ ਸੰਤੋਖੀ ਟੱਬਰ ਨੇ ਜਲ ਦੇ 2-2 ਬੁੱਕੇ ਪੀ ਕੇ ਕਰਤਾਰ ਦਾ ਸ਼ੁਕਰ ਕੀਤਾ ਔਰ ਸੌਂ ਰਹੇ। ਸਵੇਰੇ ਉੱਠੇ ਪੰਡਤ ਹੋਰੀ ਮੰਨਦੇ ਤਾਂ ਸਨ ਹੀ ਨਹੀਂ। ਨਾ ਕਿਤੇ ਚੋਰ ਮਿਲੇ ਸਨ, ਨਾ ਕਿਸੇ ਕੁੱਟਿਆ ਸੀ, ਨਾ ਉਹਨਾਂ ਵਿਜੇ ਸਿੰਘ ਨੂੰ ਹਾਕ ਮਾਰੀ ਸੀ। ਚੋਰ ਸੀ ਤਾਂ ਪੰਡਤ ਜੀ ਦਾ ਆਪਣਾ ਮਨ ਸੀ। ਜ਼ਖਮ ਜਿਹੜੇ ਸਨ ਸੋ ਕੰਡਿਆਲੀਆਂ ਝਾੜੀਆਂ ਦੀਆਂ ਝਰੀਟਾਂ ਦੇ ਸਨ ਜੋ ਆਪਣੀਆਂ ਸੂਲਾਂ ਤੇ ਕੰਡਿਆਂ ਨਾਲ ਉਸਦੇ ਕੱਪੜਿਆਂ ਨਾਲ ਅੜ ਕੇ ਮਾਨੋ ਉਸ ਨੂੰ ਫੜ ਕੇ ਰੋਕਦੇ ਸਨ ਕਿ ਐਸੇ ਅਪਵਿੱਤਰ ਸਰੀਰ ਨੂੰ ਮਹਾਤਮਾ ਦੇ ਆਸ਼ਰਮ ਵਿੱਚ ਨਾ ਲਿਜਾ। ਜੜ ਵਸਤੂਆਂ ਦੀ ਮਾਰ ਪੰਡਤ ਜੀ ਦੇ ਪਿੰਡੇਪੁਰ ਉਹਨਾਂ ਦੇ ਮਾੜੇ ਮਨਸੂਬੇ ਦੀ ਰੋਕ ਲਈ ਚਾਬਕ ਵਾਂਗੂ ਪਈ ਸੀ, ਜਿਸ ਨੂੰ ਉਹਨਾਂ ਨੇ ਚੋਰਾਂ ਦੀ ਮਾਰ ਦੱਸ ਕੇ ਸਿੰਘ ਜੀ ਨੂੰ ਧੋਖਾ ਦਿੱਤਾ। ਪੰਡਤ ਜੀ ਚਾਹੁੰਦੇ ਸਨ ਕਿ ਕਿਵੇਂ ਛੇਤੀ ਘਰ ਅਪੜੀਏ, ਸੋ ਸਵੇਰੇ ਉੱਠ ਜਜਮਾਨ ਦੇ ਗਿਰਦੇ ਹੋ ਗਏ ਕਿ ਸਾਨੂੰ ਤੋਰੋ। ਵਿਜੇ ਸਿੰਘ, ਸਦਬਚਨ। ਪੰਡਤ, ਪਰ ਮੇਰੇ ਪਾਸ ਤਾਂ ਖਰਚ ਵੀ ਨਹੀਂ ਹੈ। ਦੁਖੀ ਹਾਂ, ਜ਼ਖਮੀ ਹਾਂ ਔਰ ਪਰਦੇਸੀ ਹਾਂ, ਕੀ ਕਰਾਂ? ਵਿਜੇ ਸਿੰਘ, ਪਿਆਰੀ ਸ਼ੀਲ ਕੋਰਾਂ ਕੁਛ ਹੈ? ਸ਼ੀਲਾ, ਸਵਾਮੀ ਜੀ ਰਾਤ ਵਾਲੇ ਪੈਸੇ ਹਨ ਜੋ ਆਪਨੇ ਟੋਕਰੀਆਂ ਦੇ ਵੇਚ ਕੇ ਆਂਦੇ ਹਨ। ਪੰਡਤ, ਹੂੰ ਜਜਮਾਨ ਭਗਵਾਨ, ਇਹਨਾਂ ਨਾਲ ਕੀ ਬਣੇਗਾ? ਮੇਰੇ ਅੱਗੇ ਤਾਂ ਬੜੀ ਪੰਧ ਹੈ। ਵਿਜੇ ਸਿੰਘ, ਪ੍ਰਿਆ ਕੋਈ ਰੱਖੀ ਰਖਾਈ ਚੀਜ਼ ਕੱਢੋ, ਪਰਦੇਸੀਆਂ ਤੇ ਦੁਖੀਆਂ ਦੀ ਮਦਦ ਕਰਨੀ ਲੋੜੀਏ। ਸ਼ੀਲਾ, ਮਹਾਰਾਜ ਜੀ ਆਪ ਜੀ ਦੀ ਬਖਸ਼ੀ ਹੋਈ ਵਿਵਾਹ ਗਣ ਦੀ ਮੁੰਦਰੀ ਹੈ, ਜਿਸ ਤੋਂ ਮੇਰਾ ਉਮਰ ਭਰ ਅੱਡ ਹੋਣ ਨੂੰ ਜੀ ਨਹੀਂ ਕਰਦਾ, ਪਰ ਜਿਵੇਂ ਆਪ ਦੀ ਆਗਿਆ ਹੋਵੇ। ਵਿਜੇ ਸਿੰਘ, ਸੱਚ ਹੈ, ਮੈਂ ਵੀ ਨਹੀਂ ਚਾਹੁੰਦਾ ਕਿ ਆਪ ਦੀ ਐਸੀ ਪਿਆਰੀ ਸ਼ੈ ਆਪ ਤੋਂ ਖੋਹਾਂ, ਪਰ ਪਿਆਰੀ ਅੰਤ ਵੇਲੇ ਸਭ ਕੁਝ ਛੱਡਣਾ ਪੈਂਦਾ ਹੈ। ਸੋ ਜੇ ਹੁਣ ਛੱਡ ਦਿੱਤਾ ਜਾਵੇ ਔਰ ਕਰਤਾਰ ਦੇ ਨਾਮਪੁਰ ਛੱਡਿਆ ਜਾਵੇ ਤਾਂ ਕੀ ਘਾਟਾ ਹੈ? ਸ਼ੀਲਾ, ਸਵਾਮੀ ਜੀ ਆਪ ਦੀ ਪ੍ਰਸੰਨਤਾ ਲਈ ਸਿਰ ਹਾਜ਼ਰ ਹੈ ਔਰ ਗੁਰੂ ਦੇ ਰਸਤੇ ਦੇਣਾ ਮਹਾ ਸੁਖਦਾਈ ਹੈ। ਫਿਰ ਮੈਂ ਇਸ ਮਿੱਟੀ ਦੇ ਪੁੱਤਰ ਦੀ ਮੁੰਦਰੀ ਨੂੰ ਕਿਉਂ ਆਪ ਦੀ ਪ੍ਰਸੰਨਤਾ ਦਾ ਕਾਰਨ ਜਾਣ ਕੇ ਖੁਸ਼ੀ ਨਾਲ ਨਾ ਦੇਵਾਂ? ਮਿੱਟੀ ਦੇ ਪੁੱਤਰ ਤੋਂ ਭਾਵ ਹੈ ਸੋਨਾ। ਇਹ ਕਹਿ ਮੁੰਦਰੀ ਲਾ ਦਿੱਤੀ ਜੋ ਪੰਡਤ ਹੋਰਾਂ ਨੂੰ ਦਿੱਤੀ ਗਈ। ਪੰਡਤ ਜੀ ਨੇ ਇੱਕ ਵੇਰੀ ਵੀ ਨਾ ਕੀਤੀ, ਸਗੋਂ ਅਸੀਸ ਦੇ ਕੇ ਲੈ ਲਈ ਔਰ ਤੁਰ ਪਿਆ। ਰਾਹ ਵਿੱਚ ਨਖਰੇ ਕਰ ਕੇ ਤੁਰੇ, ਬਹਾਨਾ ਬੜਾਵੇ ਕਿ ਤੁਰ ਨਹੀਂ ਆਉਂਦਾ। ਸੋ ਵਿਜੇ ਸਿੰਘ ਜੀ ਨੇ ਕਈ ਥਾਂ ਚੁੱਕ ਕੇ ਉਸਨੂੰ ਜੰਗਲੋਂ ਪਾਰ ਪਹੁੰਚਾਇਆ। ਫਿਰ ਸ਼ਹਿਰੋਂ ਆਟਾ ਮੁੱਲ ਲੈ ਕੇ ਆਪਣੇ ਆਸ਼ਰਮ ਵਿੱਚ ਪਹੁੰਚੇ। ਆਪਣਾ ਕੰਮ ਸਿਰੇ ਚੜਾ ਕੇ ਪੰਡਤ ਹੋਰੀ ਜਿਸ ਗ੍ਰਾਂ ਉਤਰੇ ਹੋਏ ਸੇ ਉੱਥੇ ਆਪਣੇ ਡੇਰੇ ਅਪੜੇ। ਲੱਗੇ ਹੁਣ ਸੋਚਾਂ ਦੇ ਘੋੜੇ ਦੁੜਾਉਣ ਕੇ ਬਹੁਤ ਅੱਛਾ ਕੰਮ ਭੁਗਤ ਗਿਆ। ਸਾਰਾ ਰੁਪਇਆ ਪਚ ਗਿਆ ਔਰ ਪਤ ਵੀ ਬਣੀ ਰਹੀ। ਸੁਆਣੀ ਜਜਮਾਨਣੀ ਨੂੰ ਚੱਲ ਕੇ ਇਹ ਮੁੰਦਰੀ ਦਿਖਾ ਕੇ ਨਿਸ਼ਚੇ ਕਰਾ ਦਿਆਂਗੇ ਕਿ ਮੈਂ ਰਾਮ ਲਾਲ ਨੂੰ ਮਿਲ ਆਇਆ ਹਾਂ ਤੇ ਧਨ ਪਹੁੰਚਾ ਦਿੱਤਾ ਹੈ। ਇਹ ਉਹਨਾਂ ਦੀ ਨਿਸ਼ਾਨੀ ਹੈ। ਵਾਹ ਵਾਹ, ਖੂਬ ਸੱਪ ਮਾਰਿਆ ਤੇ ਲਾਠੀ ਵੀ ਬਚਾਈ। ਪਰ ਨਹੀਂ, ਭੁੱਲ ਕਰਦਾ ਹਾਂ, ਇਹ ਸਿੱਖ ਬੜੇ ਅਫਲਾਤੂਨ ਹਨ। ਕੀ ਪਤਾ ਹੈ ਮੀਰ ਮਨੂ ਦਾ ਅਨਿਆਈ ਤੇ ਕਰੜਾ ਰਾਜ ਇਹਨਾਂ ਦੇ ਹੱਥੀਂ ਝੱਪਦੇ ਮੁੱਕ ਜਾਵੇ, ਇਹ ਲੋਕ ਰਾਜੇ ਬਣ ਜਾਣ। ਫਿਰ ਵਿਜੈ ਸਿੰਘ ਮਾਂ ਨੂੰ ਮਿਲੇ ਤੇ ਮੇਰਾ ਪੋਲ ਖੁੱਲ ਜਾਏ। ਉਸ ਵੇਲੇ ਤਾਂ ਕਿਤੇ ਹੱਡੀ ਬੋਟੀ ਵੀ ਨਾ ਲੱਭੇਗੀ। ਮੈਂ ਵਰਮੀ ਮਾਰ ਚਲਿਆ ਹਾਂ, ਸਭ ਵੀ ਮਰੇ ਤਦ ਆਨੰਦ ਹੈ। ਇਸ ਧਨ ਦੀ ਮੌਜ ਤਾਂ ਤਦੇ ਹੀ ਹੈ ਜੇ ਨਿਸ਼ਚਿੰਤ ਹੋ ਜਾਈਏ। ਜੇ ਮਨ ਨੂੰ ਖੁਦਖੁਤੀ ਲੱਗੀ ਰਹੀ ਤਦ ਕੁਝ ਲਾਭ ਨਹੀਂ ਹੋਵੇਗਾ। ਹੁਣ ਹੈ ਮੇਰੇ ਸਿਆਣੇ ਮਨ, ਕੋਈ ਹੋਰ ਜੁਗਤ ਕੱਢ ਜਿਸ ਕਰਕੇ ਨਿਸ਼ਚਿੰਤ ਹੋ ਜਾਈਏ। ਅੱਖਾਂ ਬੰਦ, ਸਿਰ ਨੀਵਾਂ ਪਾ ਲਿਆ। ਆਹਾ, ਕਿਹੀ ਦੂਰ ਦੀ ਸੁਝੀ ਹੈ। ਏਕ ਪੰਥ ਦੋ ਕਾਜ, ਇਸ ਗਿਰਾਂ ਇੱਕ ਤੁਰਕ ਸਿਰਕਰਦਾ ਵਸਦਾ ਹੈ। 80 ਰੁਪਏ ਸਿੱਖ ਦੇ ਸਿਰ ਦਾ ਮੁੱਲ ਮਿਲਦਾ ਹੈ। ਇੱਥੇ 3 ਸਿੱਖ ਹਨ, 80 ਤੇ 240। ਵਾਹ ਵਾਹ, ਨਾਲੇ ਗੱਫਾ ਹੱਥ ਲੱਗੇਗਾ, ਨਾਲੇ ਮੇਰੀ ਜੀ ਦੀ ਖੁਦਖੁਤੀ ਮਿਟ ਜਾਵੇਗੀ। ਹੇ ਮੇਰੇ ਦਿਲ, ਇਹ ਕੀ ਫੁਰਨਾ ਹੈ? ਪਾਪ ਬੁਰਾ,
ਇੱਕ ਕਰੋ ਤਾਂ ਉਸਨੂੰ ਠੱਲਣ ਲਈ ਇੱਕ ਹੋਰ ਦੀ ਲੋੜ ਪੈਂਦੀ ਹੈ, ਉਸਨੂੰ ਠੱਲਣ ਲਈ ਫਿਰ ਇੱਕ ਹੋਰ ਦੀ। ਇਉਂ ਇੱਕ ਪਾਪ ਲੜੀ ਬਣ ਜਾਂਦੀ ਹੈ ਪਾਪਾਂ ਦੀ, ਜਿਸ ਦੀ ਅੰਤਲੀ ਸੰਗਲੀ ਫਿਰ ਬੇਆਸਰਾ ਹੀ ਰਹਿੰਦੀ ਹੈ। ਹਾਂ, ਪਰ ਸਿੱਖ ਤਾਂ ਸਿੱਖ ਹੁੰਦੇ ਸਾਰ ਹੀ ਮਰਨਾ ਮੰਗਦੇ ਹਨ। ਇਹ ਤਾਂ ਆਪ ਮੌਤ ਨੂੰ ਆਵਾਜ਼ਾਂ ਮਾਰਦੇ ਫਿਰਦੇ ਹਨ। ਇਹਨਾਂ ਦਾ ਮਾਰਿਆ ਜਾਣਾ ਇਹਨਾਂ ਨੂੰ ਮੂੰਹ ਮੰਗੀ ਮੁਰਾਦ ਮਿਲਣੀ ਹੈ। ਇਸ ਵਿੱਚ ਦੋਸ਼ ਤਾਂ ਨਹੀਂ, ਇਹ ਤਾਂ ਪੁੰਨ ਹੀ ਹੈ। ਮੈਂ ਵੀ ਕੈਸਾ ਦਾਨਾ ਹਾਂ। ਲੋਕ ਇੱਕ ਪੰਥ 2 ਕਾਜ ਕਰਦੇ ਹਨ, ਮੈਂ ਇੱਕ ਪੰਥ 3 ਕਾਜ ਕਰਨ ਲੱਗਾ ਹਾਂ। ਇੱਕ ਤਾਂ ਗੱਫਾ ਹੋਰ ਲੱਜੇਗਾ, ਇੱਕ ਮੇਰੇ ਮਨ ਦਾ ਕਟੰਗ ਮਰੇਗਾ, ਇੱਕ ਪੁੰਨ ਹੋਵੇਗਾ। ਹਾ, ਖਿੜ ਹੱਸ ਪਏ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ। ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।